ਉੱਥੇ ਸਿਆਣੀਆਂ ਗੱਲਾਂ ਹੋਈਆਂ, ਕੌੜੀਆਂ ਗੱਲਾਂ ਹੋਈਆਂ। ਮੈਂ ਕਹੂੰਗਾ ਕਿ ਲੀਡਰਾਂ ਨੂੰ ਪਿੰਡਾਂ 'ਚ ਆਉਣ ਦਈਏ। ਜਿਹੜਾ ਅਸੀਂ ਕਹਿ ਰਹੇ ਹਾਂ ਕਿ ਕਿਸੇ ਨੂੰ ਪਿੰਡ 'ਚ ਨਹੀਂ ਆਉਣ ਦੇਣਾ, ਜਾਂ ਤਾਂ ਹੋਵੇ ਨਾ ਕਿ ਕੋਈ ਕਿਸਾਨੀ ਫਰੰਟ ਖੜਾ ਹੋ ਗਿਆ ਕਿ ਗੱਲ ਹੀ ਨਿਬੜ ਗਈ ਕਿ 117 ਬੰਦੇ ਉਹ ਨੇ ਜਿਹੜੇ ਕਿਸਾਨ ਹੈ, ਮਿੱਟੀ ਨਾਲ ਜੁੜੇ ਹੋਏ ਆ, ਭਾਵੇਂ ਮਜ਼ਦੂਰ ਹੈ, ਕਿਸਾਨ ਹੈ। ਜੇ ਤਾਂ ਉਹ ਹੈਗੇ ਆ ਫਿਰ ਤਾਂ ਲੋੜ ਨਹੀਂ। ਹੁਣ ਜਦੋਂ ਪਤਾ ਹੈ ਕਿ ਉਹਨਾਂ ਰਵਾਇਤੀ ਪਾਰਟੀਆਂ ਦੇ ਵਿੱਚੋਂ ਹੀ ਕੋਈ ਸਰਕਾਰ ਆਉਣੀ ਹੈ, ਤਾਂ ਕਿਉਂ ਨਾ ਅਸੀਂ ਪਿੰਡਾਂ 'ਚ ਬੈਠੀਏ, ਪਰ ਇੱਕ ਅਦਬ ਨਾਲ, ਇੱਕ ਤਹਿਜ਼ੀਬ ਨਾਲ ਬੈਠੀਏ। ਜਿਹੜਾ ਅੱਜ ਅਸੀਂ 5-6 ਮਹੀਨੇ ਲਗਾਤਾਰ ਸਾਰੇ ਗਵਈਏ ਭਰਾ, ਸਾਰੇ ਫਿਲਮਾਂ ਵਾਲੇ ਭਰਾ, ਸਾਰੇ ਤੁਸੀਂ ਮੀਡੀਆ ਵਾਲੇ ਭਰਾ ਹੈ, ਜਥੇਬੰਦੀਆਂ ਵਾਲੇ, ਸਾਰੇ ਕਿਸਾਨ ਭਰਾ, ਸਾਰੇ ਮਜ਼ਦੂਰ, ਦੁਕਾਨਾਂ ਵਾਲੇ, ਵੱਖ-ਵੱਖ ਕਿੱਤਿਆਂ ਵਾਲੇ, ਕੋਈ ਵੀ ਭਰਾ, ਸਾਰੇ ਰਲ ਮਿਲ ਕੇ ਜੇ ਅਸੀਂ ਕਿਤੇ ਸਿਆਣੀ ਵਿਚਾਰ ਕਰਕੇ, ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਚੰਗੀ ਸਰਕਾਰ ਮਿਲੂਗੀ ਸਾਨੂੰ। ਪਿਛਲੇ 74 ਸਾਲ ਤੋਂ ਲੋਕ ਸਿਆਸੀ ਪਾਰਟੀਆਂ ਨੂੰ ਵੇਖਦੇ ਆਏ ਨੇ। ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਇਸ ਵਾਰ ਆਪਣੀ ਪਾਰਟੀ ਜਿਹੜੀ ਹੈ ਖੜੀ ਕਰ ਦੇਣੀ ਚਾਹੀਦੀ, ਕਿਉਂਕਿ ਸਮਾਂ ਥੋੜਾ ਰਹਿ ਗਿਆ ਚੋਣਾਂ ਦੇ ਵਿੱਚ। ਫਲੈਕਸਾਂ ਲੱਗੀਆਂ ਹੁੰਦੀਆਂ, ਰਾਜ ਨਹੀਂ ਸੇਵਾ। ਤਾਂ ਹੁਣ ਜਦੋਂ ਸੇਵਾ ਕੌਣ ਕਰਦਾ ਹੁੰਦਾ ਬਾਈ? ਜਿਹੜਾ ਸੇਵਾਦਾਰ ਹੋਵੇ। ਤੇ ਸੇਵਾਦਾਰਾਂ ਨਾਲ ਫੋਟੋਆਂ ਕਰਾਉਣ ਪਿੱਛੇ ਅਸੀਂ ਕਮਲੇ ਹੋਏ ਫਿਰੀਏ ਤੇ ਅਸੀਂ ਫੋਟੋਆਂ ਖਿਚਾ ਕੇ ਡਰਾਇੰਗ ਰੂਮਾਂ 'ਚ ਲਾ ਲਈਏ, ਇਹ ਸੇਵਾਦਾਰ ਨਾਲ ਕਨੈਕਸ਼ਨ ਥੋੜ੍ਹਾ ਹੀ ਸਾਡਾ। ਇਹ ਤਾਂ ਇੱਕ ਬੜਾ VIP ਟ੍ਰੀਟਮੈਂਟ ਹੈ। ਕਿਸਾਨ ਇਹੋ ਜਿਹੀ ਗੱਲ ਕਰਦੇ ਤਾਂ ਉਸ ਵੇਲੇ ਸਿਆਸੀ ਪਾਰਟੀਆਂ ਕਹਿੰਦੀਆਂ ਨੇ ਕਿ ਖੁਦ ਚੋਣਾਂ ਲੜਨਾ ਚਾਹੁੰਦੇ, ਇਸ ਕਰਕੇ ਲੋਕਾਂ ਨੂੰ ਸਾਡੇ ਨਾਲੋਂ ਦੂਰ ਕਰ ਰਹੇ ਨੇ। ਚੋਣਾਂ ਲੜਨੀਆਂ ਕੋਈ ਮਾੜੀ ਗੱਲ ਥੋੜ੍ਹੀ ਹੈ। ਦਿੱਲੀ ਦੇ ਵਿੱਚ ਇੱਕ ਪੰਜਾਬ ਵਸਿਆ ਹੋਇਆ ਸੀ, ਸਾਰੇ ਸਿੰਗਰ ਜਿਹੜੇ ਸੀ ਉੱਥੇ ਜਾ ਕੇ ਪ੍ਰੋਟੈਸਟ ਕਰ ਰਹੇ ਸੀ, ਲੋਕਾਂ ਨੂੰ ਅਵੇਅਰ ਕਰ ਰਹੇ ਸੀ। ਪਰ 26 ਤੋਂ ਬਾਅਦ ਜੇ ਬਹੁਤ ਸਾਰੇ ਸਿੰਗਰ ਜਿਹੜੇ ਪਿਛਾਂਹ ਹਟ ਗਏ, ਤੁਹਾਨੂੰ ਲੱਗਦਾ ਹੈ ਇੱਕ ਵਾਰੀ ਫਿਰ ਹਲਾਰਾ ਮਾਰਨਾ ਚਾਹੀਦਾ ਪੰਜਾਬ ਦੇ ਸਿੰਗਰਾਂ ਨੂੰ? ਸਰਕਾਰ ਠਾ ਨਹੀਂ ਸਕਦੀ, 1 ਮਿੰਟ ਲਾਊਗੀ। 5000 ਆਰਮੀ ਦਾ ਬੰਦਾ ਆਵੇ, 1000 ਬੰਦਾ ਠਾਉਣਾ ਕੀ ਔਖਾ? ਪਰ ਸਰਕਾਰ ਨੂੰ ਪਤਾ ਹੈ ਵੀ ਇਹ 1000 ਨਹੀਂ ਬੈਠਾ, ਇਹ ਸਾਰਾ ਮੁਲਕ ਬੈਠਾ। ਜਿਸ ਦਿਨ ਉਹ 1000 ਬੰਦੇ ਤੇ ਕੋਈ ਇੰਨੀ ਕੁ ਵੀ ਆਂਚ ਆ ਗਈ, ਇਹ ਉਹ ਸਿਰੜੀ ਲੋਕ ਹੈ, ਉਹ ਖੜਨ ਵਾਲੇ ਲੋਕ ਹੈ ਜਿਹੜੇ ਇੱਥੋਂ ਟਰਾਲੀਆਂ 'ਚ ਨਹੀਂ, ਫਿਰ ਤਾਂ ਟਰੱਕ ਲੈ ਕੇ ਇੱਥੋਂ ਮੋਟਰਸਾਈਕਲ 'ਤੇ ਹੱਕ ਲੈਣਗੇ ਵੀ 3-3 4-4 ਘੰਟੇ 'ਚ ਦਿੱਲੀ ਹੋਣਗੇ। ਅੱਜ ਦੀ ਮਹਾਂ ਕਿਸਾਨ ਰੈਲੀ ਤੇ ਪੰਜਾਬੀ ਗਾਇਕ ਕਨਵਰ ਗਰੇਵਾਲ ਵੀ ਪਹੁੰਚੇ ਹੋਏ ਨੇ। ਗਰੇਵਾਲ ਸਾਹਿਬ, ਅੱਜ ਤੁਸੀਂ ਮਾਝੇ ਦੇ ਵਿੱਚ ਪਹੁੰਚੇ ਹੋ, ਕਿਸ ਤਰ੍ਹਾਂ ਦਾ ਇਕੱਠ ਲੱਗਾ ਤੁਹਾਨੂੰ? ਇਕੱਠ ਤਾਂ ਬਹੁਤ ਵੱਡਾ ਵੀਰ, ਸਾਰੀਆਂ ਪੀੜ੍ਹੀਆਂ ਸੀ ਇਸ ਇਕੱਠ ਦੇ ਵਿੱਚ, ਅਤੇ ਮੇਰੇ ਖਿਆਲ 'ਚ ਇਹ ਪ੍ਰਾਪਤੀ ਹੈ ਹੁਣ ਤੱਕ ਦੀ। ਇਹ ਪਿਛਲੇ 11 ਮਹੀਨਿਆਂ ਦੀ ਜੇ ਕਹਾਂਗੇ ਤਾਂ ਪ੍ਰਾਪਤੀ ਹੈ ਕਿ ਅਸੀਂ ਅੱਕੇ ਨਹੀਂ, ਅਸੀਂ ਥੱਕੇ ਨਹੀਂ, ਹੈ ਨਾ। ਅੱਜ ਵੀ ਜੇ ਜਥੇਬੰਦੀਆਂ ਆਵਾਜ਼ ਮਾਰਦੀਆਂ, ਜਾਂ ਹੋਰ ਪਿੰਡ ਪੱਧਰ 'ਤੇ ਜਾਂ ਇਕਾਈ ਪੱਧਰ 'ਤੇ, ਬਲਾਕ ਪੱਧਰ 'ਤੇ ਕੋਈ ਸਿਆਣੇ ਬੰਦੇ ਆਵਾਜ਼ ਮਾਰਦੇ ਵੀ ਆਓ ਭਾਈ ਰਲ ਮਿਲ ਕੇ ਕੋਈ ਵਿਚਾਰ ਕਰੀਏ ਆਉਣ ਵਾਲੇ ਟਾਈਮ ਦਾ। ਕਿਉਂਕਿ ਲੜਾਈਆਂ ਲੜੀਆਂ ਜਾਂਦੀਆਂ, ਪਰ ਜਿਹੜਾ ਇੱਕ ਪ੍ਰੀ ਪ੍ਰੋਡਕਸ਼ਨ ਵਾਲਾ ਕੰਮ ਹੁੰਦਾ ਨਾ, ਪੋਸਟ ਤਾਂ ਛੇਤੀ ਨਿਬੜ ਜਾਂਦੀ ਹੈ, ਪ੍ਰੀ 'ਚ ਹੀ ਕੰਮ ਹੁੰਦਾ ਜ਼ਿਆਦਾ। ਜਿਹੜਾ ਹੁਣ ਜਿਵੇਂ ਇਲੈਕਸ਼ਨ ਹੈ, ਇਹ ਪੰਜਾਬ ਲਈ ਬਹੁਤ ਖਾਸ ਨੇ ਆਉਣ ਵਾਲੇ 2022 ਵਾਲੇ। ਸੋ ਇਸ ਤਰ੍ਹਾਂ ਦੇ ਇਕੱਠ ਹੋਣਗੇ। ਅੱਜ ਵੀ ਜਿਹੜੀਆਂ ਉੱਥੇ ਸਿਆਣੀਆਂ ਗੱਲਾਂ ਹੋਈਆਂ, ਕੌੜੀਆਂ ਗੱਲਾਂ ਹੋਈਆਂ, ਮੈਂ ਕਹੂੰਗਾ ਕਿ ਲੀਡਰਾਂ ਨੂੰ ਪਿੰਡਾਂ 'ਚ ਆਉਣ ਦਈਏ, ਹੈ ਨਾ। ਅੱਜ ਇਹੀ ਗੱਲ ਬੋਲ ਕੇ ਆਏ ਕਿ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਕਿਸੇ ਨੂੰ ਪਿੰਡ 'ਚ ਨਹੀਂ ਆਉਣ ਦੇਣਾ, ਜਾਂ ਤਾਂ ਹੋਵੇ ਨਾ ਕਿ ਕੋਈ ਕਿਸਾਨੀ ਫਰੰਟ ਖੜਾ ਹੋ ਗਿਆ ਕਿ ਗੱਲ ਹੀ ਨਿਬੜ ਗਈ ਕਿ 117 ਬੰਦੇ ਉਹ ਨੇ ਜਿਹੜੇ ਕਿਸਾਨ ਹੈ, ਮਿੱਟੀ ਨਾਲ ਜੁੜੇ ਹੋਏ ਆ, ਭਾਵੇਂ ਮਜ਼ਦੂਰ ਹੈ, ਕਿਸਾਨ ਹੈ, ਜਿਹੜੇ ਬਾਬੇ ਨਾਨਕ ਦੇ ਘਰ ਦੇ ਕਿਰਤੀ ਲਾ ਲਓ। ਜੇ ਤਾਂ ਉਹ ਹੈਗੇ ਆ ਫਿਰ ਤਾਂ ਲੋੜ ਨਹੀਂ। ਹੁਣ ਜਦੋਂ ਪਤਾ ਹੈ ਕਿ ਉਹਨਾਂ ਰਵਾਇਤੀ ਪਾਰਟੀਆਂ ਦੇ ਵਿੱਚੋਂ ਹੀ ਕੋਈ ਸਰਕਾਰ ਆਉਣੀ ਹੈ, ਤਾਂ ਕਿਉਂ ਨਾ ਅਸੀਂ ਪਿੰਡਾਂ 'ਚ ਬੈਠੀਏ, ਪਰ ਇੱਕ ਅਦਬ ਨਾਲ, ਇੱਕ ਤਹਿਜ਼ੀਬ ਨਾਲ ਬੈਠੀਏ। ਲੀਡਰਾਂ ਨੂੰ ਆਪਦੇ ਬਣਾ ਕੇ ਸਵਾਲ ਕਰੀਏ, ਪਰ ਕਠੋਰ ਸਵਾਲ ਕਰੀਏ, ਤਿੱਖੇ ਸਵਾਲ ਕਰੀਏ। ਜੋ ਚੀਜ਼ਾਂ ਵਾਪਰੀਆਂ ਉਹਨਾਂ ਨੂੰ ਡਿਸਕਸ ਕਰੀਏ। ਨਾਲ ਇੱਕ ਜਿਹੜੀ ਹੋਰ ਖਾਸ ਚੀਜ਼ ਹੈ, ਇਹਨਾਂ ਸੁਭਾਵਾਂ ਦੇ ਵਿੱਚ ਅਸੀਂ ਆਪਣਾ ਸੈਲਫ ਐਨਾਲਿਸਿਸ ਵੀ ਕਰ ਲਈਏ ਕਿ ਸਾਥੋਂ ਕੀ ਕਮੀ ਹੈ, ਕਿਉਂਕਿ ਤਾੜੀ ਦੋਵੇਂ ਹੱਥਾਂ ਨਾਲ ਵੱਜੀ ਹੈ। ਹਰ ਚੀਜ਼ ਦੇ ਵਿੱਚ ਇਹ ਨਹੀਂ ਹੈ ਕਿ ਅਸੀਂ 100% ਸਹੀ ਹੈ। ਜਿਹੜੀਆਂ ਕਮੀਆਂ ਸਾਡੇ 'ਚ ਹੈ, ਜੋ ਅਸੀਂ ਸਾਡੇ ਕਲਚਰ ਦੇ ਵਿੱਚ ਆਪ ਗਿਰਾਵਟ ਲੈ ਕੇ ਆਏ ਹਾਂ, ਉਹ ਵੀ ਇਹਨਾਂ ਇਕੱਠਾਂ ਦੇ ਵਿੱਚ ਡਿਸਕਸ ਹੋਵੇ। ਤਾਂ ਲੱਗਦਾ ਕਿ ਜਿਹੜਾ ਅੱਜ ਅਸੀਂ 5-6 ਮਹੀਨੇ ਲਗਾਤਾਰ ਸਾਰੇ ਗਵਈਏ ਭਰਾ, ਸਾਰੇ ਫਿਲਮਾਂ ਵਾਲੇ ਭਰਾ, ਸਾਰੇ ਤੁਸੀਂ ਮੀਡੀਆ ਵਾਲੇ ਭਰਾ ਹੈ, ਜਥੇਬੰਦੀਆਂ ਵਾਲੇ, ਸਾਰੇ ਕਿਸਾਨ ਭਰਾ, ਸਾਰੇ ਮਜ਼ਦੂਰ, ਦੁਕਾਨਾਂ ਵਾਲੇ, ਵੱਖ-ਵੱਖ ਕਿੱਤਿਆਂ ਵਾਲੇ, ਕੋਈ ਵੀ ਭਰਾ, ਸਾਰੇ ਰਲ ਮਿਲ ਕੇ ਜੇ ਅਸੀਂ ਕਿਤੇ ਸਿਆਣੀ ਵਿਚਾਰ ਕਰਕੇ, ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਚੰਗੀ ਸਰਕਾਰ ਮਿਲੂਗੀ ਸਾਨੂੰ, ਜਿਹੜੀ ਸਾਡੇ ਲੋਕਾਂ ਦੇ ਹਿੱਤਾਂ ਦੀ ਹੋਊਗੀ, ਲੋਕਾਂ ਦੀ ਭਲਾਈ ਦੇ ਕੰਮ ਕਰੂਗੀ। ਤੇ ਜਿਹੜਾ ਸਾਡਾ ਉਜੜਿਆ, ਸਾਡਾ ਵਿਸਰਿਆ, ਸਾਥੋਂ ਗਵਾਚਿਆ, ਉਹ ਮੈਨੂੰ ਲੱਭ ਲੂਗਾ ਛੇਤੀ। ਸਾਹਿਬ, ਪਿਛਲੇ 74 ਸਾਲ ਤੋਂ ਲੋਕ ਸਿਆਸੀ ਪਾਰਟੀਆਂ ਨੂੰ ਵੇਖਦੇ ਆਏ ਨੇ। ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਇਸ ਵਾਰ ਆਪਣੀ ਪਾਰਟੀ ਜਿਹੜੀ ਹੈ ਖੜੀ ਕਰ ਦੇਣੀ ਚਾਹੀਦੀ, ਕਿਉਂਕਿ ਸਮਾਂ ਥੋੜਾ ਰਹਿ ਗਿਆ ਚੋਣਾਂ ਦੇ ਵਿੱਚ? ਦੇਖੋ, ਜਾਣੀ ਮੇਰੀ ਬਹੁਤ ਜ਼ਿਆਦਾ ਇਨਵੋਲਵਮੈਂਟ ਤਾਂ ਹੈ ਨਹੀਂ ਕਿ ਇਸ ਚੀਜ਼ ਦਾ ਮੈਨੂੰ ਬਹੁਤ ਡੀਪਲੀ ਪਤਾ ਹੋਵੇ, ਪਰ ਜਿੰਨਾ ਕੁ ਮੈਨੂੰ ਸੁਣਨ 'ਚ ਆਇਆ, ਜਥੇਬੰਦੀਆਂ ਵੱਲੋਂ ਇੱਕ ਗੱਲ ਬੋਲੀ ਗਈ ਹੈ ਕਿ ਅੰਦੋਲਨ ਸਾਡੇ ਲਈ ਪਹਿਲੋਂ ਹੈ, ਇਲੈਕਸ਼ਨ ਬਾਅਦ 'ਚ ਹੈ। ਪਰ ਲੱਗਦਾ ਕਿ ਦੋਨੇ ਚੀਜ਼ਾਂ ਪੈਰਲਲ ਹੀ ਚੱਲਣੀਆਂ ਚਾਹੀਦੀਆਂ, ਕਿਉਂਕਿ ਜਦੋਂ ਤੱਕ ਉੱਥੇ ਪਾਵਰ ਨਹੀਂ ਹੈ, ਉੱਥੇ ਸਾਡੇ ਧੀਆਂ ਪੁੱਤ, ਸਾਡੇ ਭਰਾ, ਸਾਡੇ ਬਜ਼ੁਰਗ ਨਹੀਂ ਬੈਠਣਗੇ, ਜਿਨ੍ਹਾਂ ਦੇ ਮਨ 'ਚ ਪੰਜਾਬ ਦੇ ਭਲੇ ਤੋਂ ਸਿਵਾਏ ਕੋਈ ਹੋਰ ਵਿਚਾਰ ਹੀ ਨਹੀਂ, ਜਿਨ੍ਹਾਂ ਕੋਲੇ ਪੈਸਾ ਬਾਅਦ 'ਚ ਹੈ, ਮਾਇਆ ਬਾਅਦ 'ਚ ਹੈ, ਸ਼ੌਹਰਤਾਂ ਬਾਅਦ 'ਚ ਹੈ, ਨੀਲੀਆਂ ਲਾਲ ਬੱਤੀਆਂ ਬਾਅਦ 'ਚ ਹੈ, VIP ਕਲਚਰ ਬਾਅਦ 'ਚ ਹੈ, ਜਿਨ੍ਹਾਂ ਕੋਲੇ ਪਹਿਲਾਂ ਪੰਜਾਬ ਦੀਆਂ ਸਮੱਸਿਆਵਾਂ ਹੈ ਨਾ, ਉਹ ਤਾਂ ਸਭ ਮੰਗਦੇ ਆ। ਹੋ ਜਾਂਦਾ ਤਾਂ ਬਹੁਤ ਚੰਗਾ ਸੀ, ਪਰ ਜੇ ਨਹੀਂ ਵੀ ਹੋਇਆ ਤਾਂ ਕੋਈ ਗੱਲ ਨਹੀਂ, ਸਾਰੇ ਇੱਥੋਂ ਦੇ ਜੰਮੇ ਪਲੇ ਵੇ ਆ। ਤਾਂ ਬਸ ਇੱਕ ਗੱਲ, ਸਮੱਸਿਆ ਪਤਾ ਕਿੱਥੇ ਆਈ ਹੈ? ਮੰਨ ਲਓ ਸੇਵਾਦਾਰ ਕਹਤਾ ਨਾ, ਜਦੋਂ ਅਸੀਂ ਫਲੈਕਸਾਂ ਪੜ੍ਹਦੇ ਹਾਂ ਨਾ ਵੋਟਾਂ ਤੋਂ ਪਹਿਲਾਂ, ਤਾਂ ਫਲੈਕਸਾਂ ਲੱਗੀਆਂ ਹੁੰਦੀਆਂ, ਰਾਜ ਨਹੀਂ ਸੇਵਾ, ਹੈ ਨਾ, ਰਾਜ ਨਹੀਂ ਸੇਵਾ।
ਤਾਂ ਹੁਣ ਜਦੋਂ ਸੇਵਾ ਕੌਣ ਕਰਦਾ ਹੁੰਦਾ ਬਾਈ, ਜਿਹੜਾ ਸੇਵਾਦਾਰ ਹੋਵੇ। ਤੇ ਸੇਵਾਦਾਰਾਂ ਨਾਲ ਫੋਟੋਆਂ ਕਰਾਉਣ ਪਿੱਛੇ ਅਸੀਂ ਕਮਲੇ ਹੋਏ ਫਿਰੀਏ ਹੈ। ਤੇ ਸੇਵਾਦਾਰ ਆਵੇ ਇਕੱਲੇ ਹਾਰ ਪਾ ਕੇ ਤੇ ਸਟੇਜ ਤੇ ਜੋ ਆਪਣੀਆਂ ਸਕ੍ਰਿਪਟਡ ਗੱਲਾਂ ਨੇ ਉਹ ਗੱਲਾਂ ਬੋਲੇ ਤੇ ਗੱਲਾਂ ਬੋਲ ਕੇ ਤੁਰ ਜੇ ਤੇ ਅਸੀਂ ਫੋਟੋਆਂ ਖਿਚਾ ਕੇ ਡਰਾਇੰਗ ਰੂਮਾਂ 'ਚ ਲਾ ਲਈਏ। ਇਹ ਸੇਵਾਦਾਰ ਨਾਲ ਕਨੈਕਸ਼ਨ ਥੋੜ੍ਹਾ ਹੀ ਸਾਡਾ, ਇਹ ਤਾਂ ਇੱਕ ਬੜਾ VIP ਟ੍ਰੀਟਮੈਂਟ ਹੈ। ਸੋ ਸੇਵਾਦਾਰਾਂ ਨੂੰ ਮੇਰੇ ਖਿਆਲ 'ਚ ਉਹਨਾਂ ਦੀ ਸੇਵਾ ਬਾਰੇ ਹੀ ਗੱਲ ਹੋਵੇ ਤਾਂ ਮੇਰੇ ਖਿਆਲ 'ਚ ਵਾਜਬ ਹੈ। ਜਦੋਂ ਕਿਸਾਨ ਇਹੋ ਜਿਹੀ ਗੱਲ ਕਰਦੇ ਤਾਂ ਉਸ ਵੇਲੇ ਸਿਆਸੀ ਪਾਰਟੀਆਂ ਕਹਿੰਦੀਆਂ ਨੇ ਕਿ ਖੁਦ ਚੋਣਾਂ ਲੜਨਾ ਚਾਹੁੰਦੇ, ਇਸ ਕਰਕੇ ਲੋਕਾਂ ਨੂੰ ਸਾਡੇ ਨਾਲੋਂ ਦੂਰ ਕਰ ਰਹੇ ਨੇ। ਦੇਖੋ ਚੋਣਾਂ ਲੜਨੀਆਂ ਕੋਈ ਮਾੜੀ ਗੱਲ ਥੋੜ੍ਹੀ ਹੈ ਨਾ। ਸਾਰੇ ਰੱਬ ਦੇ ਹੀ ਬੰਦੇ ਆ, ਇਸ ਪੰਜਾਬ ਦੇ ਧੀਆਂ ਪੁੱਤ ਹੈ। ਆਹ ਬਾਈ ਵੀ ਜੇ ਇਲੈਕਸ਼ਨ ਲੜ ਲੂਗਾ ਤਾਂ ਮੈਨੂੰ ਕੀ ਪ੍ਰੋਬਲਮ ਹੈ। ਬਸ ਰੌਲਾ ਇਹ ਹੈ ਕਿ ਗੁਰੂ ਵਾਲਾ ਹੋਵੇ, ਇਹਨੂੰ ਪਤਾ ਹੋਵੇ ਕਿ ਯਾਰ ਜੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਸਾਡੇ ਆਵਾਮ ਨੇ, ਸਾਡੇ ਵੋਟਰਾਂ ਨੇ ਵੋਟ ਪਾਈ ਹੈ, ਤਾਂ ਯਾਰ ਮੈਂ 5 ਸਾਲ ਇੰਨੇ ਕੁ ਸੋਹਣੇ ਤਰੀਕੇ ਸੇਵਾ ਕਰਾਂ ਕਿ ਮਾਵਾਂ ਦੇ ਜਾਣੀ ਹੱਥ ਵੱਧ ਜਾਣ, ਸਿਰ ਛੋਟਾ ਪੈ ਜਾਏ, ਇੰਨੀਆਂ ਸੀਸਾਂ ਮਿਲਣ ਹੈ ਨਾ। ਇਸ ਕਰਕੇ ਵੋਟ ਤਾਂ ਇਹ ਤਾਂ ਸਭ ਦਾ ਅਧਿਕਾਰ ਹੈ, ਇਲੈਕਸ਼ਨ 'ਚ ਕੋਈ ਵੀ ਆਵੇ। ਪਰ ਬਸ ਰੌਲਾ ਤਾਂ ਇਹ ਹੈ ਕਿ ਉਹ ਜਿਵੇਂ ਕਹਿੰਦੇ ਨਾ ਤਪੋ ਰਾਜ, ਤਪ ਤੋਂ ਬਾਅਦ ਰਾਜ ਤਾਂ ਮਿਲ ਜਾਂਦਾ, ਪਰ ਜਿਹੜਾ ਰਾਜੋ ਨਰਕ ਵਾਲਾ ਕਨਸੈਪਟ ਹੈ ਇੱਥੇ ਆ ਕੇ ਸਾਰੇ ਮਾਰ ਖਾ ਜਾਂਦੇ ਆ। ਗਰੀਬਨ ਸਰ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਪੰਜਾਬ ਵਸਿਆ ਹੋਇਆ ਸੀ। ਸਾਰੇ ਸਿੰਗਰ ਜਿਹੜੇ ਸੀ ਉੱਥੇ ਜਾ ਕੇ ਪ੍ਰੋਟੈਸਟ ਕਰ ਰਹੇ ਸੀ, ਲੋਕਾਂ ਨੂੰ ਅਵੇਅਰ ਕਰ ਰਹੇ ਸੀ। ਪਰ 26 ਤੋਂ ਬਾਅਦ ਜੇ ਬਹੁਤ ਸਾਰੇ ਸਿੰਗਰ ਜਿਹੜੇ ਪਿਛਾਂਹ ਹਟ ਗਏ, ਤੁਹਾਨੂੰ ਲੱਗਦਾ ਹੈ ਇੱਕ ਵਾਰੀ ਫਿਰ ਹਲਾਰਾ ਮਾਰਨਾ ਚਾਹੀਦਾ ਪੰਜਾਬ ਦੇ ਸਿੰਗਰਾਂ ਨੂੰ? ਦੇਖੋ ਇਹ ਸੁਭਾਵਿਕ ਹੁੰਦਾ ਹੈ ਨਾ। ਜੇ ਮੈਂ ਕਹਾਂ ਕਿ ਉਹਨਾਂ ਮੀਡੀਆ ਸੰਯੁਕਤ ਮੋਰਚੇ ਵਾਲੀ ਸਟੇਜ ਆ, ਜਿਹੜੀ ਵੱਡੀ ਸਟੇਜ ਆ ਸਿੰਘੂ ਬਾਰਡਰ ਦੀ, ਜਦੋਂ ਅਸੀਂ ਉਦੋਂ ਜਾਂਦੇ ਹੁੰਦੇ ਸੀ ਤਾਂ ਉੱਥੇ 20 ਤੋਂ 25 ਮਾਈਕ ਹੁੰਦੇ ਸੀ, ਚੈਨਲ 20 ਤੋਂ 25 ਚੈਨਲ। ਪਰ ਅੱਜ ਜਾ ਕੇ ਦੇਖੋ ਉੱਥੇ ਇੱਕ ਵੀ ਚੈਨਲ ਨਹੀਂ ਹੈ। ਹਰ ਇੱਕ ਅਦਾਰਾ ਇੱਕ ਲੰਬੇ ਟਾਈਮ ਤੋਂ ਬਾਅਦ ਮੇਰੇ ਖਿਆਲ 'ਚ ਕਿਤੇ ਨਾ ਕਿਤੇ ਆਪਦੇ ਕੰਮਾਂ 'ਚ ਬਿਜ਼ੀ ਹੋਇਆ। ਉਹ ਭਾਵੇਂ ਕਲਾਕਾਰ ਸੀ, ਭਾਵੇਂ ਕੋਈ ਫਿਲਮ ਮੇਕਰ ਸੀ, ਭਾਵੇਂ ਕੋਈ ਸਮਾਜ ਸੇਵੀ ਸੀ, ਭਾਵੇਂ ਮੀਡੀਆ ਸੀ, ਕੋਈ ਵੀ ਅਦਾਰਾ ਸੀ, ਭਾਵੇਂ ਆਮ ਕਿਸਾਨ ਵੀ ਸੀ। ਤਾਂ ਗਿਣਤੀ ਤਾਂ ਘਟਣੀ ਸੁਭਾਵਿਕ ਹੁੰਦੀ ਹੈ। ਪਰ ਰੌਲਾ ਇਹ ਹੈ ਕਿ ਜਿਹੜਾ ਉੱਥੇ ਇੱਕ ਪਿੰਡ ਦਾ ਇੱਕ ਵੀ ਬੈਠਾ ਨਾ, ਉਹ ਹੁਣ 11 ਮਹੀਨਿਆਂ ਦੇ ਵਿੱਚ ਇੰਨਾ ਕੁ ਪੱਕ ਗਿਆ, ਇੰਨਾ ਕੁ ਦ੍ਰਿੜ ਹੋ ਗਿਆ, ਉਹ ਠੋਕ ਕੇ ਕਹਿੰਦਾ ਹਰ ਬੰਦੇ ਨੂੰ ਕਿ ਐਂ ਨਾ ਸਮਝ ਲਓ ਮੈਂ ਇਕੱਲਾ ਬੈਠਾ। ਨੌਜਵਾਨੀ ਨੂੰ ਕੀ ਅਪੀਲ ਕਰਨਾ ਚਾਹੁੰਦਾ? ਬਾਕੀ ਤੁਸੀਂ ਇਹ ਦੇਖਿਓ ਕਿ ਜੇ ਮੰਨ ਲਓ ਉੱਥੇ ਲੱਖ ਬੰਦਾ ਸੀ ਪਹਿਲਾਂ, ਹੁਣ 1000 ਬੰਦਾ ਮੰਨ ਲਓ ਸਿੰਘੂ ਤੇ, ਸਰਕਾਰ ਠਾ ਨਹੀਂ ਸਕਦੀ, 1 ਮਿੰਟ ਲਾਊਗੀ। 5000 ਆਰਮੀ ਦਾ ਬੰਦਾ ਆਵੇ, 1000 ਬੰਦਾ ਠਾਉਣਾ ਕੀ ਔਖਾ ਹੈ। ਪਰ ਸਰਕਾਰ ਨੂੰ ਪਤਾ ਹੈ ਵੀ ਇਹ 1000 ਨਹੀਂ ਬੈਠਾ, ਇਹ ਸਾਰਾ ਮੁਲਕ ਬੈਠਾ ਹੈ। ਜਿਸ ਦਿਨ ਉਹ 1000 ਬੰਦੇ ਤੇ ਕੋਈ ਇੰਨੀ ਕੁ ਵੀ ਆਂਚ ਆ ਗਈ, ਇਹ ਉਹ ਸਿਰੜੀ ਲੋਕ ਹੈ, ਉਹ ਖੜਨ ਵਾਲੇ ਲੋਕ ਹੈ ਜਿਹੜੇ ਇੱਥੋਂ ਟਰਾਲੀਆਂ 'ਚ ਨਹੀਂ, ਫਿਰ ਤਾਂ ਟਰੱਕ ਲੈ ਕੇ ਇੱਥੋਂ ਮੋਟਰਸਾਈਕਲ 'ਤੇ ਹੱਕ ਲੈਣਗੇ ਵੀ 3-3 4-4 ਘੰਟਿਆਂ 'ਚ ਦਿੱਲੀ ਹੋਣਗੇ। ਸੋ ਇਸ ਕਰਕੇ ਉਹ ਡਰ ਸਰਕਾਰ ਨੂੰ ਵੀ ਪਤਾ ਵੀ ਉੱਥੇ ਇਹ ਨਹੀਂ ਕਿ ਗਿਣਤੀ ਘੱਟ ਹੈ ਵੀ ਲੋਕ ਪਿੱਛੇ ਹੋ ਗਏ, ਸਭ ਕੁਝ ਉੱਦਾਂ ਹੀ ਹੈ। ਬਸ ਰੌਲਾ ਇਹ ਹੈ ਕਿ ਹੁਣ ਇੰਨੀ ਮਿਹਨਤ ਤੋਂ ਬਾਅਦ ਜਿਹੜਾ ਸਾਰਾ ਕੁਝ ਪੱਕਿਆ ਪਕਾਇਆ ਨਾ, ਹੁਣ ਇਹਨੂੰ ਕਿਤੇ ਸਾਡੇ ਲੋਕ, ਸਾਡੇ ਭਾਈਚਾਰੇ ਵਾਂਗੂ ਹੈ ਨਾ, ਉਹ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ, ਧਰਮਾਂ ਤੋਂ ਉੱਪਰ ਉੱਠ ਕੇ, ਆਪਸੀ ਜਿਹੜੇ ਈਗੋ ਕਲਾਸ਼ ਪਏ ਵੇ ਉਹਨਾਂ ਤੋਂ ਉੱਪਰ ਉੱਠ ਕੇ ਕਿਤੇ ਜੇ ਸਾਂਝੀਵਾਲਤਾ ਵਾਲੇ ਪਾਸੇ ਆ ਕੇ ਕਾਫਲਾ ਬਣਾ ਕੇ ਆਪਦੀ ਲੜਾਈ ਲੜ ਲੈਣ ਨਾ, ਤਾਂ ਪੰਜਾਬ ਵਾਲਿਆਂ ਵਰਗਾ ਕੋਈ ਨਹੀਂ ਹੋਣਾ। ਬਹੁਤ ਸੋਹਣੀ ਸਰਕਾਰ ਬਣ ਕੇ ਆਊਗੀ। ਪੰਜਾਬ ਦੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ? ਨੌਜਵਾਨ ਸਾਡੇ ਭਰਾ ਨੇ, ਅਸੀਂ ਬਹੁਤ ਮੁਹੱਬਤ ਕਰਦੇ ਹਾਂ, ਇਹਨਾਂ ਨੂੰ ਪਿਆਰ ਕਰਦੇ ਹਾਂ, ਔਰ ਮੈਂ ਵੀ ਇਹਨਾਂ ਦੇ ਹਾਣ ਦਾ ਹੀ ਹਾਂ। ਕੋਈ 2-4 ਸਾਲ ਵੱਡਾ ਹੋਊਗਾ। ਬਹੁਤ ਲੱਗਦਾ ਕਿ ਸਾਡੇ ਮੋਢਿਆਂ ਤੇ ਭਾਰ ਹੈ, ਸਾਡੇ ਮੋਢਿਆਂ ਤੇ ਭਾਰ ਹੈ। ਸਾਡਾ ਇਕੱਲਾ ਗੀਤ ਗਾਉਣ ਨਾਲ ਵੀ ਸਰਦਾ ਹੈ, ਕਿਉਂ ਇਦਾਂ ਫਿਰਦੇ ਆ? ਲੱਗਦਾ ਕਿ ਇਹਨਾਂ ਨੌਜਵਾਨ ਭਰਾਵਾਂ ਨੂੰ ਮਿਲੀਏ, ਇਹਨਾਂ ਦੇ ਨੇੜੇ ਆਈਏ, ਨੇੜੇ ਮਿਲ ਕੇ ਕੋਈ ਮਾਈਕ 'ਚ ਗੱਲ ਕਰੀਏ ਜਾਂ ਇਦਾਂ ਖੜ ਕੇ ਗੱਲ ਕਰੀਏ, ਤਾਂ ਕੋਈ ਨਾ ਕੋਈ ਗੱਲ ਡਿਸਕਸ ਹੋਵੇ। ਕਿਉਂਕਿ ਸਾਡੇ ਦਾਦਿਆਂ ਨੇ ਪੜਦਾਦਿਆਂ ਨੇ ਜੋ ਕਰਨਾ ਸੀ ਨਾ ਬਾਈ, ਜਿੰਨੀ ਮਿਹਨਤ ਭਾਵੇਂ ਉਹਨਾਂ ਨੇ ਕੋਈ ਜ਼ਮੀਨੀ ਪੱਧਰ ਤੇ ਕਰਨੀ ਸੀ, ਕਿਤੇ ਵੀ ਕਰਨੀ ਸੀ, ਕਬੀਲਦਾਰੀ 'ਚ ਕਰਨੀ ਸੀ, ਉਹਨਾਂ ਨੇ ਕਰ ਲਈ ਹੁਣ। ਔਰ ਇਸ ਗੱਲ ਦਾ ਸਾਨੂੰ ਵੀ ਸਜਦਾ ਕਰਨਾ ਚਾਹੀਦਾ ਉਹਨਾਂ ਨੂੰ ਕਿ ਉਹਨਾਂ ਨੇ ਬਹੁਤ ਕੀਤਾ ਸਾਡੇ ਲਈ। ਹੁਣ ਤਾਂ ਨੌਜਵਾਨੀ ਦਾ ਫਰਜ਼ ਹੈ ਕਿ ਅਸੀਂ ਸਾਰੇ ਮੁੰਡੇ ਖੁੰਡੇ ਜਿੰਨੇ ਵੀ ਹੈ, ਸਾਡੀਆਂ ਭੈਣਾਂ ਵੀ ਹੈ ਨਾ, ਨੌਜਵਾਨ ਕੁੜੀਆਂ ਸਾਡੀਆਂ, ਅਸੀਂ ਪੜ੍ਹੇ ਲਿਖੇ ਸਾਰੇ ਆ, ਆਪਾਂ ਸਾਰੇ ਰਲ ਮਿਲ ਕੇ, ਹੁਣ ਤੂੰ ਮੀਡੀਆ ਵਾਲਾ ਬਾਈ, ਤੂੰ ਵੀ ਮੇਰਾ ਹਾਣੀ ਲੱਗਦਾ ਮੈਨੂੰ, ਸਾਰੇ ਰਲ ਮਿਲ ਕੇ ਹੁਣ ਤਾਂ ਆਪਾਂ ਨੌਜਵਾਨਾਂ ਦੇ ਸਿਰ ਤੇ ਭਾਰ ਆਵੇਗਾ। ਆਪਾਂ ਸਾਰੇ ਪਿਓ ਦਾਦਿਆਂ ਨੂੰ ਰੱਖੀਏ ਮੋਹਰੀ ਉਹਨਾਂ ਨੂੰ ਹੀ, ਕਿਉਂਕਿ ਸਾਡੀ ਸੰਸਕ੍ਰਿਤੀ, ਸਾਡੀ ਮਿੱਟੀ 'ਚੋਂ ਸਾਡੇ ਗੁਰੂਆਂ ਨੇ ਸਿਖਾਈ ਇਹ ਹੈ ਕਿ ਸਾਡੇ ਲਾਣੇਦਾਰ ਮੂਹਰੇ ਬਹਿੰਦੇ, ਅਸੀਂ ਜਵਾਕ ਚੱਲੇ ਪਿੱਛੇ ਹੀ ਬਹਿੰਦੇ ਹਮੇਸ਼ਾ। ਪਰ ਲੀਡ ਕਰੀਏ ਹੁਣ ਸਾਰੇ ਰਲ ਮਿਲ ਕੇ, ਸਾਰੇ ਪੰਜਾਬ ਨੂੰ ਪੜ੍ਹੀਏ, ਇੱਥੋਂ ਦੇ ਧਰਮ ਨੂੰ ਪੜ੍ਹੀਏ, ਇੱਥੋਂ ਦੀ ਰਾਜਨੀਤੀ ਨੂੰ ਪੜ੍ਹੀਏ, ਇੱਥੋਂ ਦੇ ਸੱਭਿਆਚਾਰਕ ਤਾਣੇ ਬਾਣੇ ਨੂੰ, ਸਮਾਜਿਕ ਤਾਣੇ ਬਾਣੇ ਨੂੰ ਪੜ੍ਹੀਏ, ਆਪਸ ਦੇ ਵਿੱਚ ਡਿਸਕਸ ਕਰੀਏ। ਜਿਹੜੀਆਂ ਮੋੜਾਂ 'ਤੇ ਬਹਿ ਕੇ ਹੋਰ ਊਲ ਫਸ਼ੂਲ ਗੱਲਾਂ ਕਰਦੇ ਆ, ਉਹਨਾਂ ਨੂੰ ਪਾਸੇ ਕਰਕੇ ਹੁਣ ਸਿਆਣੀ ਗੱਲ ਕਰੀਏ ਤੇ 2022 ਤੱਕ ਕੋਈ ਐਸਾ ਕੋਈ ਜਾਣੀ ਨਿੱਗਰ ਜਿਹਾ ਕਨਸੈਪਟ ਖੜਾ ਕਰ ਦਈਏ ਜਿਹਦੇ ਨਾਲ ਫਿਰ ਉਹ ਪੰਜਾਬ ਸਾਰਾ ਉਸੇ ਰੰਗ 'ਚ ਰੰਗਿਆ ਜਾਵੇ। ਅਗਰ ਮੌਕਾ ਮਿਲੇ ਤਾਂ ਕਨਵਰ ਗਰੇਵਾਲ ਕਿਤੇ ਉਹ ਚੋਣ ਲੜਨਗੇ ਕਿਸਾਨੀ ਮੁੱਦੇ ਨੂੰ ਮੁੱਖ ਰੱਖ ਕੇ? ਨਹੀਂ, ਮੈਨੂੰ ਲੋੜ ਨਹੀਂ ਹੈ ਬਾਈ, ਹੈ ਨਾ। ਰੌਲਾ ਪਤਾ ਕੀ ਆ, ਅਸੀਂ ਗਾਉਣ ਵਾਲਿਆਂ ਨੇ ਨਾ ਗਾ ਕੇ ਊਟ ਪਟਾਂਗ ਗਾਣੇ, ਆਪਦੇ ਆਪ ਨੂੰ ਕੰਜਰ ਕਹਿਣਾ ਜਾਣੀ ਸੁਭਾਵਿਕ ਬਣਾ ਲਿਆ। ਅੱਜ ਕੱਲ੍ਹ ਜਾਣਾ ਕੋਈ ਵੀ ਬੰਦਾ ਕੋਲੋਂ ਲੰਘਿਆ ਹੁੰਦਾ ਨਾ, ਮਿੰਟ ਮਾਰਦਾ ਹੋਇਆ ਤਾਂ ਕੰਜਰਖਾਨਾ ਹੈ। ਪਰ ਮੈਨੂੰ ਮੇਰੀ ਸਟੇਜ 'ਤੇ ਮਾਣ ਹੈ, ਮੈਨੂੰ ਮੇਰੇ ਗੁਰੂ ਦੀ ਦਿੱਤੀ ਹੋਈ ਵਿੱਦਿਆ 'ਤੇ ਮਾਣ ਹੈ, ਮੈਨੂੰ ਮੇਰੇ ਸ਼ਬਦਾਂ 'ਤੇ ਮਾਣ ਹੈ ਕਿ ਮੈਂ ਐਜ਼ ਏ ਗਵਈਆ ਵੀ ਪੰਜਾਬ ਦਾ ਭਲਾ ਕਰ ਸਕਦਾ। ਇਸ ਕਰਕੇ ਮੈਨੂੰ ਰੌਲਾ ਉਹੀ ਹੈ ਨਾ, ਹਰ ਬੰਦਾ ਕਹਿੰਦਾ ਵੀ ਵੋਟਾਂ 'ਚ ਲੀਡਰ ਬਣਨਾ ਜ਼ਰੂਰੀ ਹੈ ਜੇ ਪੰਜਾਬ ਦਾ ਕੁਝ ਕਰਨਾ।
ਇੰਨਾ ਗੰਦ ਪਿਆ ਵਾ ਸੱਭਿਆਚਾਰ 'ਚ ਹੈ ਨਾ, ਉੱਥੇ ਝਾੜੂ ਮਾਰ ਲਾਂ, ਮੈਂ ਆਪਦੀ ਸੇਵਾ ਕਰ ਲਾਂ ਹੈ ਨਾ। ਨੋ ਡਾਊਟ ਮੇਰਾ ਰੁਜ਼ਗਾਰ ਵੀ ਹੈ, ਮੈਂ ਪੈਸੇ ਵੀ ਲੈਣਾ ਲੋਕਾਂ ਤੋਂ, ਪਰ ਨਾਲ ਜੇ ਕਿਤੇ ਮੈਂ ਸੋਹਣੇ ਗੀਤ ਦੇ ਕੇ, ਸੋਹਣੇ ਪਹਿਰਾਵੇ ਦੇ ਕੇ, ਚੰਗੀਆਂ ਨਿੱਗਰ ਗੱਲਾਂ ਕਰਕੇ ਆਪਦੀਆਂ ਸਟੇਜਾਂ ਤੋਂ ਨਾਲ ਆਪਦੇ ਨੌਜਵਾਨਾਂ ਨੂੰ ਜੋੜ ਲਾਂ, ਜਾਂ ਕੋਈ ਚੰਗਾ ਕੋਈ ਛਿੱਟਾ ਇਹੋ ਜਿਹਾ ਦੇ ਜਾਂ ਜਿਹੜਾ ਆਉਣ ਵਾਲੇ ਟਾਈਮ 'ਚ ਕੰਮ ਆਵੇ, ਤਾਂ ਮੈਨੂੰ ਲੱਗਦਾ ਕਿ ਬਤੌਰ ਗਵਈਆ ਮੈਂ ਬਹੁਤ ਕੁਝ ਕਰ ਸਕਦਾ। ਸੋ ਇਹ ਸਨ ਪੰਜਾਬੀ ਗਾਇਕ ਕਨਵਰ ਗਲੇਵਾਲ ਜੋ ਅੱਜ ਖੇਮਕਨ ਰੈਲੀ ਦੇ ਵਿੱਚ ਪਹੁੰਚੇ ਸੀ, ਜਿਨ੍ਹਾਂ ਦਾ ਕਹਿਣਾ ਹੈ ਅੱਜ ਉਹਨਾਂ ਨੇ ਨੌਜਵਾਨਾਂ ਨੂੰ ਵੀ ਅਵੇਅਰ ਕੀਤਾ ਹੈ। ਤਾਂ ਦੂਜੇ ਪਾਸੇ ਉਹਨਾਂ ਦਾ ਕਿਹਾ ਕਿ ਕਿਸਾਨੀ ਮੁੱਦੇ ਨੂੰ ਲਾ ਕੇ ਉਹ ਕਦੇ ਵੀ ਚੋਣਾਂ ਨਹੀਂ ਲੜਨਗੇ, ਉਹ ਆਪਣੀ ਗਾਇਕੀ ਦੇ ਰਾਹੀਂ ਔਰ ਲੋਕਾਂ ਨੂੰ ਜਾਗਰੂਕ ਕਰਨਗੇ, ਲੋਕਾਂ ਨੂੰ ਅਵੇਅਰ ਕਰਨਗੇ। ਕੈਮਰਾਮੈਨ ਅਰਸ਼ਦੀਪ ਨਾਲ ਜਗਤਾਰ ਸਿੰਘ ਮਾਲਾ, ਤਰਨਤਾਰਨ।